ਦੋਸਤੋ 29 ਮਈ ਅਸਾਈਲਮ ਸੀਕਰਸ ਵਾਸਤੇ ਡੈਡਲਾਈਨ ਹੈ। ਇਹ ਡੈਡਲਾਈਨ ਕਿਸ ਚੀਜ਼ ਦੀ ਹੈ? ਕਿਹੜੇ ਅਸਾਈਲਮ ਸੀਕਰ ਵਾਸਤੇ ਇਹ ਡੈਡਲਾਈਨ ਹੈ ਤੇ ਕਿਹੜੇ ਅਸਾਈਲਮ ਸੀਕਰਸ ਦਾ ਇਹਦੇ ਨਾਲ ਕੋਈ ਤਾਲੁਕ ਹੀ ਨਹੀਂ ਹੈਗਾ। ਇਹ ਪੂਰੀ ਗੱਲ ਮੈਂ ਤੁਹਾਨੂੰ ਡਿਟੇਲ ਨਾਲ ਦੱਸਾਂਗਾ, ਕੁਝ ਕਨਫਿਊਜ਼ਨ ਦੂਰ ਕਰਾਂਗਾ ਔਰ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਅੱਜ ਇਸ ਵੀਡੀਓ 'ਚ ਦਾਂਗਾ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਔਰ ਵੀਡੀਓ ਨੂੰ ਆਖਰ ਤੱਕ ਦੇਖਣਾ। ਦੋਸਤੋ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਿਛਲੇ ਸਾਲ ਕਾਂਗਰਸ ਨੇ ਇੱਕ ਬਿੱਲ ਪਾਸ ਕੀਤਾ ਸੀ ਕਿ ਹੁਣ ਜਿਨ੍ਹਾਂ ਦੇ ਪੈਂਡਿੰਗ ਅਸਾਈਲਮ ਨੇ ਉਹ ਐਨੂਅਲ ਫੀਸ ਪੇ ਕਰਨਗੇ $102। ਜਿਨ੍ਹਾਂ ਦੇ ਅਪਰੂਵ ਹੋ ਗਏ ਉਹਦੇ ਨਾਲ ਕੋਈ ਤਾਲੁਕ ਨਹੀਂਗਾ। ਇਸ ਖਬਰ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਉਸ ਤੋਂ ਬਾਅਦ ਕੋਰਟ ਨੇ ਇੱਥੇ ਸਟੇ ਦੇ ਦਿੱਤਾ, ਫਿਰ ਉਹ ਸਟੇ ਖਤਮ ਹੋ ਗਿਆ ਔਰ ਤੁਹਾਨੂੰ ਲੈਟਰ ਆਣੇ ਸ਼ੁਰੂ ਹੋ ਗਏ ਜੀ ਆਪਣੀ ਫੀਸ ਜਮ੍ਹਾਂ ਕਰਵਾਓ $102। ਉਹ ਤੁਸੀਂ ਜਮ੍ਹਾਂ ਕਰਵਾਉਣੀ ਸ਼ੁਰੂ ਕਰ ਦਿੱਤੀ। ਹੁਣ ਇਹ 29 ਤਰੀਕ ਫਿਰ ਵਿੱਚੋਂ ਕਿੱਥੋਂ ਆ ਗਈ? 29 ਮਈ ਡੈਡਲਾਈਨ ਉਹਨਾਂ ਨੇ ਰੱਖੀ ਹੈ ਕਿ ਇਸ ਤੋਂ ਬਾਅਦ ਅਸੀਂ ਹੁਣ ਸਖਤੀ ਕਰਾਂਗੇ। ਜੇ ਤੁਹਾਨੂੰ ਲੈਟਰ ਆਇਆ यानी कि नोटिफिकेशन आया कि $102 जमा कराओ, तुसी फीस जमा नहीं करवाई और 30 दिन गुजर गए तो समझो कि तुहाडा हुण इहदे च काम खराब होना शुरू हो गया। हुण 29 तरीक तो बाद ऑटोमैटिकली होएगा। ये भी लैटर आ रहे हैं जिन्होंने 30 दिन बाद जमा नहीं कराया, लेकिन 29 तरीक तो बाद इत्थे बहुत सख्ती हो जाएगी। होएगा कि अगर 30 दिन गुजर गए फीस जमा ना हुई ਤੁਹਾਨੂੰ ਰਿਮੂਵਲ 'ਚ ਪਾਤਾ ਜਾਏਗਾ, ਤੁਹਾਡਾ ਕੋਰਟ ਕੇਸ ਖਤਮ ਕਰਤਾ ਜਾਏਗਾ, ਤੁਹਾਡਾ ਅਸਾਈਲਮ ਕੇਸ ਖਤਮ ਕਰਤਾ ਜਾਏਗਾ, ਤੁਹਾਡਾ ਵਰਕ ਪਰਮਿਟ ਖਤਮ ਕਰਤਾ ਜਾਏਗਾ, ਤੁਹਾਡਾ ਹੋਰ ਕੋਈ ਤੁਸੀਂ ਬੈਨੀਫਿਟ ਅਪਲਾਈ ਕੀਤੇ ਹੋ ਸਾਰੇ ਖਤਮ ਕਰਤੇ ਜਾਣਗੇ। ਯਾਨੀ ਕਿ ਤੁਸੀਂ ਇੱਕ ਮੁਸੀਬਤ 'ਚ ਆ ਜਾਓਗੇ, ਹੋ ਸਕਦਾ ਤੁਹਾਨੂੰ ਡਿਪੋਰਟ ਕਰਨ ਦੀ ਲਾਈਨ 'ਚ ਪਾਤਾ ਜਾਏ। ਇਸ ਵਾਸਤੇ ਇੱਥੇ ਹੁਣ ਬੜੀ ਸਖਤੀ ਹੋ ਰਹੀ ਹੈ। ਇਹਨੂੰ ਇਨਫੋਰਸ ਕਰ ਰਹੇ ਨੇ ਕਿ $102 ਨੂੰ ਤੁਸੀਂ ਜਮ੍ਹਾਂ ਕਰਵਾਣੇ ਨੇ। ਹੁਣ ਜਿਹੜਾ ਤੁਸੀਂ ਸਭ ਤੋਂ ਵੱਡਾ ਸਵਾਲ ਪੁੱਛਦੇ ਪਏ ਹੋ ਕਿ ਉਹ ਜਿਹੜੇ $102 ਜਮ੍ਹਾਂ ਕਰਾਣੇ ਨੇ 29 ਤਰੀਕ ਤੋਂ ਪਹਿਲੇ ਸਭ ਨੇ ਜਮ੍ਹਾਂ ਕਰਵਾਣੇ ਨੇ? ਨਹੀਂ, 29 ਤਰੀਕ ਤੋਂ ਪਹਿਲੇ ਸਭ ਨੇ ਜਮ੍ਹਾਂ ਨਹੀਂ ਕਰਾਣੇ। ਜਿਨ੍ਹਾਂ ਨੂੰ ਲੈਟਰ ਆਣੇ ਨੇ ਜਾਂ ਆ ਚੁੱਕੇ ਨੇ 29 ਤੋਂ ਪਹਿਲੇ ਉਹ ਸਾਰੇ ਜਮ੍ਹਾਂ ਕਰਵਾ ਦੇਣ। ਉਹਦਾ 29 ਨਾਲ ਉਹਨਾਂ ਦਾ ਕੋਈ ਤਾਲੁਕ ਨਹੀਂਗਾ। 29 ਤੋਂ ਬਾਅਦ ਸਖਤੀ ਸ਼ੁਰੂ ਹੋਣੀ ਹੈ। 29 ਕੋਈ ਡੈਡਲਾਈਨ ਨਹੀਂ ਗਈ ਕਿ 29 ਤੱਕ ਸਾਰੇ ਪੈਸੇ ਜਮ੍ਹਾਂ ਕਰਾਓ। ਨੋ, ਜਿਹਨੂੰ ਲੈਟਰ ਆਣਾ ਹੈ ਉਹਨੇ ਹੀ ਜਮ੍ਹਾਂ ਕਰਵਾਉਣਾ। ਬਗੈਰ ਲੈਟਰ ਤੋਂ ਪੈਸੇ ਜਮ੍ਹਾਂ ਨਹੀਂ ਕਰਾਣੇ, ਨਾ ਹੀ ਉਹਨਾਂ ਨੇ ਤੁਹਾਨੂੰ ਕਰਾਉਣ ਦੇਣੇ ਨੇ। ਕੋਈ ਆਪਸ਼ਨ ਹੀ ਨਹੀਂ ਦੇਣੀ ਉਹਨਾਂ ਨੂੰ। ਹੁਣ ਲੈਟਰ ਕਿਸ ਨਾਲ ਆਣੇ? ਦੇਖੋ ਜੀ, ਪਹਿਲਾ ਤਰੀਕਾ, ਜੇ ਤੁਸੀਂ ਡਾਕ ਦੇ ਜ਼ਰੀਏ ਲੈਟਰ ਤੁਹਾਨੂੰ ਆਉਂਦੇ ਨੇ, ਜੋ ਵੀ ਤੁਹਾਡਾ ਸਿਸਟਮ ਹੈ ਉਹ ਤੁਸੀਂ ਚੈੱਕ ਕਰੋ, ਉੱਤੇ ਨਜ਼ਰ ਰੱਖੋ ਕਿ ਤੁਹਾਨੂੰ ਲੈਟਰ ਆ ਤੇ ਨਹੀਂ ਰਿਹਾ। ਦੂਸਰਾ ਕਿ ਅਗਰ ਤੁਸੀਂ ਆਪਣਾ ਐਡਰੈਸ ਚੇਂਜ ਕਰ ਲਿਆ ਤੇ ਉਹਨੂੰ ਅਪਡੇਟ ਕਰੋ ਤਾਂ ਕਿ ਲੈਟਰ ਤੁਹਾਡੇ ਤੱਕ ਪਹੁੰਚੇ। ਇਹ ਹੁਣ ਤੁਹਾਡੇ ਫਿਊਚਰ ਦਾ ਲੈਟਰ ਹੈ, ਇਹਦੇ ਤੇ ਬੜੀ ਸਖਤੀ ਹੋਣੀ ਜੇ ਔਰ ਇਹ ਬੜਾ ਵੱਡਾ ਮਸਲਾ ਬਣ ਜਾਣਾ ਤੁਹਾਡੇ ਵਾਸਤੇ ਜੇ ਫੀਸ ਜਮ੍ਹਾਂ ਨਾ ਹੋਈ ਤੇ। ਉਸ ਲੈਟਰ ਤੇ ਨਜ਼ਰ ਰੱਖੋ। ਹੁਣ ਦੂਸਰਾ ਕਿ ਅਗਰ ਤੁਸੀਂ ਆਨਲਾਈਨ ਅਕਾਊਂਟ ਬਣਾਏ ਨੇ ਤੇ ਆਪਣਾ ਅਕਾਊਂਟ ਰੋਜ਼ਾਨਾ ਦੀ ਬੁਨਿਆਦ ਤੇ ਚੈੱਕ ਕਰਨਾ ਹੁਣ ਕਿ ਬਈ ਮੈਨੂੰ ਨੋਟੀਫਿਕੇਸ਼ਨ ਤੇ ਨਹੀਂ ਆ ਗਿਆ, ਮੈਨੂੰ ਨੋਟੀਫਿਕੇਸ਼ਨ ਤੇ ਨਹੀਂ ਆ ਗਿਆ ਕਿ ਮੈਂ ਫੀਸ ਜਮ੍ਹਾਂ ਕਰਾਵਾਂ। ਜਿਸ ਤਰ੍ਹਾਂ ਹੀ ਲੈਟਰ ਆਵੇ ਜਾਂ ਨੋਟੀਫਿਕੇਸ਼ਨ ਆਨਲਾਈਨ ਆਵੇ, ਤੁਸੀਂ ਸਾਰੇ ਕੰਮ ਛੱਡ ਕੇ ਪਹਿਲੇ $102 ਜਮ੍ਹਾਂ ਕਰਵਾਉਣੇ ਨੇ ਤਾਂ ਕਿ ਤੁਸੀਂ ਵੱਡੀ ਮੁਸੀਬਤ ਤੋਂ ਬਚ ਸਕੋ। ਅੱਛਾ, ਹੁਣ ਇਹਦੇ ਵਿੱਚ ਇੱਕ ਪ੍ਰੋਬਲਮ ਆ ਰਹੀ ਜਿਹੜੀ ਮੈਨੂੰ ਲੋਕਾਂ ਨੇ ਦੱਸੀ ਵੀ, ਲੋਕਾਂ ਨਾਲ ਹੋਇਆ ਵੀ ਹੈ ਕਿ ਤੁਸੀਂ ਬਹੁਤ ਸਾਰੇ ਲੋਕਾਂ ਨੇ ਜ਼ਾਹਰ ਵਕੀਲ ਕੀਤੇ ਹੁੰਦੇ ਨੇ, ਉਹਨਾਂ ਦੇ ਨੋਟੀਫਿਕੇਸ਼ਨ ਲੈਟਰ ਵਕੀਲ ਕੋਲੋਂ ਆਉਂਦੇ ਨੇ। ਹੁਣ ਅੱਜ ਤੋਂ 23 ਤਰੀਕ ਹੈ, ਅੱਜ 23 ਮਈ 2026। ਤੁਹਾਡਾ ਕੀ ਕੰਮ ਹੈ ਕਿ ਤੁਸੀਂ ਵਕੀਲ ਨੂੰ ਹਰ ਰੋਜ਼ ਨਹੀਂ ਤੇ ਹਰ ਦੂਜੇ ਦਿਨ ਇੱਕ ਈਮੇਲ ਕਰ ਦਿਓ, ਮੈਸੇਜ ਕਰ ਦਿਓ, ਯਾਰ ਮੇਰੇ ਲੈਟਰ ਤੇ ਨਜ਼ਰ ਰੱਖੀ, ਮੇਰੇ ਲੈਟਰ ਤੇ ਨਜ਼ਰ ਰੱਖੀ। ਕਿਉਂਕਿ ਉਹਦੀ ਵਜ੍ਹਾ ਉਹ ਤੇ ਮਸਲਾ ਹੈ ਉਹਨਾਂ ਦਾ ਕਿ ਉਹ ਬਹੁਤ ਬਿਜ਼ੀ ਨੇ, ਉਹਨਾਂ ਕੋਲ ਤੇ ਬਹੁਤ ਸਾਰੇ ਕੇਸ ਨੇ। ਉਹ ਰੋਜ਼ਾਨਾ ਤੇ ਨਹੀਂ ਤੁਹਾਡੀਆਂ ਡਾਕਾਂ ਜਾਂ ਚੀਜ਼ਾਂ ਜਾਂ ਮੇਲਾਂ ਜਾਂ ਨੋਟੀਫਿਕੇਸ਼ਨ ਚੈੱਕ ਕਰ ਸਕਦੇ, ਲੇਕਿਨ ਤੁਹਾਡੇ ਵਾਸਤੇ ਉਹ ਬੜਾ ਇੰਪੋਰਟੈਂਟ ਹੈ। ਹੁਣ ਤੁਸੀਂ ਉਹਨਾਂ ਨੂੰ ਰਿਮਾਈਂਡਰ ਦਿੰਦਿਆਂ ਰਹਿਣਾ ਤਾਂ ਕਿ ਤੁਹਾਨੂੰ ਜਿਹੜਾ ਉਹ ਨੋਟੀਫਿਕੇਸ਼ਨ ਪਹੁੰਚੇ। ਜਿਸ ਨਾਲ ਨੋਟੀਫਿਕੇਸ਼ਨ ਪਹੁੰਚੇ ਤੁਸੀਂ ਫੀਸ ਜਮ੍ਹਾਂ ਕਰਾਓ ਫੌਰੀ ਤੌਰ ਤੇ ਬਗੈਰ ਕਿਸੇ ਟੈਨਸ਼ਨ ਤੋਂ। ਇਹ ਬਹੁਤ ਹੀ ਇੰਪੋਰਟੈਂਟ ਕੰਮ ਹੈ, ਨਹੀਂ ਤੇ ਇਹਦਾ ਰਿਜ਼ਲਟ ਬਹੁਤ ਬੁਰਾ ਨਿਕਲਣਾ। ਇਹਦੇ 'ਚ ਇੱਕ ਗੱਲ ਯਾਦ ਰੱਖੋ, ਕਿਸੇ ਨੂੰ ਕੋਈ ਐਕਸੈਪਸ਼ਨਲ ਨਹੀਂਗਾ। ਹਰ ਬੰਦੇ ਨੇ ਇਹ ਫੀਸ ਜਮ੍ਹਾਂ ਕਰਵਾਉਣੀ ਹੈ। ਕੋਈ ਲੋ ਇਨਕਮ ਹੈ, ਕੋਈ ਬੁੱਢਾ ਹੈ, ਕੋਈ ਜਵਾਨ ਹੈ, ਕੋਈ ਬੱਚਾ ਹੈ, ਹਰ ਇੱਕ ਨੇ ਜਮ੍ਹਾਂ ਕਰਵਾਉਣੀ। ਕਿਸੇ ਨੂੰ ਉਹਨਾਂ 'ਚ ਮਾਫੀ ਨਹੀਂ ਗੀ ਜੇ। ਫੀਸ ਦੇ ਉੱਤੇ ਹੁਣ ਸਖਤੀ ਜੇ। ਬਹੁਤ ਸਾਰੇ ਲੈਟਰ ਉਹਨਾਂ ਨੇ ਇਸ਼ੂ ਕਰ ਦਿੱਤੇ ਨੇ, ਬਹੁਤ ਸਾਰੇ ਲੈਟਰ ਇਸ਼ੂ ਕਰ ਰਹੇ ਨੇ। ਤੁਹਾਡਾ ਕੰਮ ਹੈ ਹੁਣ ਉਹਦੇ ਤੇ ਨਜ਼ਰ ਰੱਖਣਾ ਔਰ 29 ਤਰੀਕ ਤੋਂ ਡਰਨਾ ਸਭ ਦਾ ਕੰਮ ਨਹੀਂ। ਹਾਂ, ਜਿਨ੍ਹਾਂ ਨੂੰ ਲੈਟਰ ਆ ਗਏ ਨੇ ਉਹ ਫੌਰੀ ਤੌਰ ਤੇ ਜਮ੍ਹਾਂ ਕਰਾਉਣ ਤੇ ਜਿਨ੍ਹਾਂ ਨੂੰ ਨਹੀਂ ਆਏ ਉਹ ਨਜ਼ਰ ਰੱਖਣ। ਥੈਂਕ ਯੂ ਸੋ ਮਚ। ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ।